ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਜਾਂ ਵਰਕਰ ਆ ਕਿਤੇ ਕੁਤੇ ਇਸ ਤਰ੍ਹਾਂ ਦੀ ਖਬਰਾਂ ਆਉਂਦੀਆਂ ਕਿ ਉਹ ਜੋਸ਼ ਦੇ ਵਿੱਚ ਹੋਸ਼ ਗਵਾ ਰਹੇ ਆ। ਭਗਵੰਤ ਮਾਨ ਦੇ ਐਲਾਨ ਨੂੰ ਥੋੜਾ ਜਿਹਾ ਜੇ ਡੂੰਘਾਈ ਨਾਲ ਸੋਚੀਏ ਕਿ ਪਹਿਲੀਆਂ ਸਰਕਾਰਾਂ ਜੇ ਉਹਨਾਂ ਨੂੰ ਵੀਡੀਓ ਜਾਂ ਆਡੀਓ ਮਿਲਦੀ ਸੀ ਤਾਂ ਉਹ ਕਾਰਵਾਈ ਨਹੀਂ ਸੀ ਕਰਦੀਆਂ। ਜੇ ਸਾਰੇ ਇਹ ਫੈਸਲਾ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ, ਅਸੀਂ ਰਿਸ਼ਵਤ ਨਹੀਂ ਲੈਣੀ, ਤਦ ਭ੍ਰਿਸ਼ਟਾਚਾਰ ਜਿਹੜਾ ਆਪਣੇ ਆਪ ਖਤਮ ਹੋ ਜਾਊਗਾ। ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਹ ਬਹੁਤ ਵੱਡਾ ਝਟਕਾ ਆ। ਝਟਕਾ ਐਡਾ ਵੱਡਾ ਹੈ, ਕਾਲਕਾ ਉਹਨਾਂ ਦੇ ਰਿਜ਼ਾਈਨ ਕਰਨ ਤੋਂ ਬਾਅਦ ਇੱਕ ਪ੍ਰੈਸ ਕਰਨੀ ਚਾਹੀ ਸੀ, ਉਹ ਉਹਨਾਂ ਨੇ ਆਪ ਨਹੀਂ ਕੀਤੀ। ਸਗੋਂ ਜਿਹੜੀ ਬੰਦੂਕ ਆ ਪ੍ਰੇਮ ਸਿੰਘ ਚੰਦੂਮਾਜਰਾ ਦੇ ਮੋਢੇ ਤੇ ਰੱਖ ਕੇ ਚਲਾਈ ਆ। ਤੇ ਸ਼੍ਰੋਮਣੀ ਅਕਾਲੀ ਦਲ ਜੇ ਸੱਚਮੁੱਚ ਹੀ ਮੁੜ ਆਪਣੇ ਪੈਰਾਂ ਤੇ ਖੜਨਾ ਚਾਹੁੰਦਾ ਤਾਂ ਇਹਨਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਜਿਹੜਾ ਆ ਉਹ ਫੇਰਨਾ ਪਊਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੋਈ ਆ ਜਾਂ ਉਹਨਾਂ ਦੇ ਸਰਕਾਰ ਹੁੰਦਿਆਂ ਜਿਹੜਾ ਕੋਟ ਕੋਰਾ ਗੋਲੀ ਕਾਂਡ ਪਹੁੰਚਿਆ ਵਾਪਰਿਆ, ਮੈਨੂੰ ਜੀ ਲੱਗਦਾ ਕਿ ਜਿਹੜਾ ਪਾੜਾ ਆ ਆਮ ਲੋਕਾਂ ਤੇ ਅਕਾਲੀ ਦਲ ਦਾ ਉਹ ਘਟਨਾ ਬਹੁਤ ਔਖਾ ਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਿਣਕ ਪੈ ਚੁੱਕੀ ਆ ਕਿ ਕਿਸਾਨ ਮੋਰਚਾ ਜਿਹੜਾ ਦੋ ਫਾੜਿਆ, ਪਰ ਮੈਨੂੰ ਇਹ ਲੱਗਦਾ ਕਿ ਕਿਸਾਨ ਮੋਰਚਾ ਦੋ ਫੜ ਨਹੀਂ। ਬਲਬੀਰ ਸਿੰਘ ਰਾਜੇਵਾਲ ਜਿਹੜੇ ਇਲੈਕਸ਼ਨ ਕਰਨ ਲਈ ਲੜਨ ਲਈ ਕਾਹਲੇ ਪੈ ਗਏ ਜਾਂ ਜਿਨ੍ਹਾਂ ਨੂੰ ਜਿਹੜੀ ਮੁੱਖ ਮੰਤਰੀ ਕੁਰਸੀ ਆ ਬਹੁਤ ਨੇੜੇ ਦਿਖਣ ਲੱਗੀ ਸੀ, ਉਹਨਾਂ ਨੇ ਇਲੈਕਸ਼ਨ ਲੜ ਕੇ ਜਿਹੜਾ ਆਪਣਾ ਵਕਾਰ ਆ ਉਹ ਖਰਾਬ ਕਰ ਲਿਆ। ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਰਾਗੀ ਸਿੰਘ ਆ ਉਹਨਾਂ ਨੇ ਕੱਲ ਮੋਰਚਾ ਖੋਲ੍ਹਤਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ। ਦਾ ਖਾਲਸ ਟੀਵੀ ਪਰਿਵਾਰ ਨਾਲ ਦਿਲ ਦੀਆਂ ਡੂੰਘਾਈਆਂ ਵਿੱਚੋਂ ਤੇ ਰੱਖਣ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ ਹੈ। ਹੋਸਟ ਕਮਲਜੀਤ ਸਿੰਘ ਬਣਵੈਦ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ। ਜਦੋਂ ਦੇ ਵਿਧਾਨ ਸਭਾ ਚੋਣਾਂ ਦੇ ਰਿਜ਼ਲਟ ਆਏ ਆ ਤਦ ਤੋਂ ਲੈ ਕੇ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਚਰਚਾ ਵਿੱਚ ਆ। ਇੰਜ ਲੱਗਦਾ ਜਿਵੇਂ ਦੋਵੇਂ ਰਵਾਇਤੀ ਪਾਰਟੀਆਂ ਹਾਲ ਦੀ ਘੜੀ ਲੋਕਾਂ ਦੇ ਚੇਤਿਆਂ ਵਿੱਚੋਂ ਮਨਫੀ ਹੋ ਕੇ ਰਹਿ ਗਈਆਂ ਹੋਣ। ਤੇ ਜੇ ਕਦੇ ਉਹਨਾਂ ਦੋਵਾਂ ਪਾਰਟੀਆਂ ਬਾਰੇ ਆਵਾਜ਼ ਸੁਣਨ ਨੂੰ ਮਿਲਦੀ ਵੀ ਆ ਤਾਂ ਸਿਰਫ ਅੰਦਰੂਨੀ ਕਲੇਸ਼ ਦੀ। ਇਹਦੇ ਉਲਟ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬੜੀਆਂ ਸਾਰੀਆਂ ਉਮੀਦਾਂ ਵੀ ਨੇ ਤੇ ਭਗਵੰਤ ਸਿੰਘ ਮਾਨ ਹੁਣੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਜਾਂ ਇਹ ਕਹਿ ਲਈਏ ਕਿ ਜਿਸ ਦਿਨ ਨਤੀਜੇ ਆ ਰਹੇ ਸੀਗੇ ਉਸ ਦਿਨ ਜੋ ਉਹਨਾਂ ਨੇ ਐਲਾਨ ਕੀਤੇ ਸੀਗੇ ਉਹਨੂੰ ਲੈ ਕੇ ਕਾਫੀ ਉਤਸ਼ਾਹਤ ਵਿੱਚ ਆ, ਖੁਸ਼ੀ ਵਿੱਚ ਆ ਤੇ ਕਈ ਸਾਰੀਆਂ ਆਸਾਂ ਵੀ ਲਾਈ ਬੈਠੇ ਆ। ਉਂਝ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਜਾਂ ਵਰਕਰ ਆ ਕਿਤੇ ਕੁਤੇ ਇਸ ਤਰ੍ਹਾਂ ਦੀ ਖਬਰਾਂ ਆਉਂਦੀਆਂ ਕਿ ਉਹ ਜੋਸ਼ ਦੇ ਵਿੱਚ ਹੋਸ਼ ਗਵਾ ਰਹੇ ਆ। ਪਿਛਲੇ ਦਿਨੀ ਵਿਧਾਇਕਾਂ ਵੱਲੋਂ ਹਸਪਤਾਲਾਂ ਤੇ ਸਕੂਲਾਂ ਵਿੱਚ ਜਿਹੜੇ ਮਾਰੇ ਗਏ ਛਾਪੇ ਆ ਉਹਨੂੰ ਲੈ ਕੇ ਲੋਕਾਂ ਵਿੱਚ ਫਿਕਰਮੰਦੀ ਵੱਧ ਗਈ ਸੀ, ਚਿੰਤਾ ਆ ਗਈ ਸੀ ਜਾਂ ਵਿਰੋਧ ਸ਼ੁਰੂ ਹੋ ਗਿਆ ਸੀ। ਪਰ ਭਗਵੰਤ ਮਾਨ ਨੇ ਇਸ ਚੀਜ਼ ਦੀ ਭਿਣਕ ਪੈਂਦਿਆਂ ਹੀ ਨੱਥ ਪਾ ਲਈ ਤੇ ਕੱਲ੍ਹ ਇਹ ਕਹਿ ਦਿੱਤਾ ਕਿ ਕੋਈ ਵੀ ਵਿਧਾਇਕ ਜਿਹੜਾ ਆ ਹਾਲ ਦੀ ਘੜੀ ਸਕੂਲਾਂ ਜਾਂ ਹਸਪਤਾਲਾਂ 'ਚ ਛਾਪੇ ਨਹੀਂ ਮਾਰੇਗਾ। ਉਸ ਤੋਂ ਬਿਨਾਂ ਹਾਲੇ ਵੀ ਜਿਹੜੀ ਕੁਝ ਖਬਰਾਂ ਆ ਰਹੀਆਂ ਉਹ ਮੰਜੂ ਰਾਣੀ ਜੀ ਪਹਿਲਾਂ ਖਬਰ ਕੀਤੀ ਜਿਵੇਂ ਦੱਸੀ ਸੀ ਕਿ ਆਪਾਂ ਪੁਲਿਸ ਵਾਲਿਆਂ ਨਾਲ ਖਿੱਭੜ ਰਹੀ ਸੀ। ਅੱਜ ਵੀ ਇੱਕ ਜਿਹੜੀ ਨਵੀਂ ਚਰਚਾ ਛਿੜੀ ਆ ਕਿ ਉਹਨਾਂ ਨੇ ਆਪਣੇ ਹਲਕੇ ਵਿੱਚ 3 ਵਿਅਕਤੀ ਜਿਹੇ ਨਿਯੁਕਤ ਕਰਤੇ ਜਿਹੜੇ ਸਰਕਾਰੀ ਕੰਮ ਕਰਾਇਆ ਕਰਨਗੇ ਜਾਂ ਉਹਨਾਂ ਨੇ ਆਪਣੇ ਆਪ ਨੂੰ ਕਹਿ ਦਿੱਤਾ ਕਿ ਮੈਂ ਹਲਕੇ ਦੀ ਇੰਚਾਰਜ ਹਾਂ। ਸੋ ਹਾਲੇ ਜਦੋਂ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਜੰਮੀ ਨਹੀਂ ਹੈ, ਉਸ ਤੋਂ ਪਹਿਲਾਂ ਜੇ ਇਸ ਤਰ੍ਹਾਂ ਦੀਆਂ ਆਪਾਂ ਕਹੀਏ ਲੋਕਾਂ ਦੇ ਕੰਨਾਂ 'ਚ ਕਰਸੋਆ ਪੈਣ ਲੱਗਣ ਤਾਂ ਸ਼ਾਇਦ ਜਿਹੜਾ ਸ਼ੁਰੂ 'ਚ ਪ੍ਰਭਾਵ ਮਾੜਾ ਬਣ ਸਕਦਾ। ਪਰ ਫਿਰ ਵੀ ਭਗਵੰਤ ਮਾਨ ਹੁਣੀ ਜਿਹੜੇ ਆ ਇਹ ਸਾਰੇ ਕੁਝ ਨੂੰ ਦੱਬੀ ਚਲੀ ਆ ਰਹੇ ਆ। ਉਹਨਾਂ ਨੇ ਕੱਲ੍ਹ ਜਿਹੜਾ ਇੱਕ ਬਹੁਤ ਵੱਡਾ ਐਲਾਨ ਕੀਤਾ। ਵੈਸੇ ਤਾਂ ਉਹ ਸਵੇਰ ਤੋਂ ਹੀ ਆਪਣੇ ਟਵੀਟ ਤੇ ਕਹਿ ਰਹੇ ਸੀਗੇ ਕਿ ਮੈਂ ਅੱਜ ਬਹੁਤ ਵੱਡਾ ਐਲਾਨ ਕਰੂੰਗਾ। ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਉਹ ਇੱਕ ਹੈਲਪਲਾਈਨ ਜਾਰੀ ਕਰਨਗੇ ਜਿੱਥੇ ਤੁਸੀਂ ਉਹ ਵੀਡੀਓ ਜਾਂ ਆਡੀਓ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਕੋਈ ਅਫਸਰ ਜਿਹੜਾ ਕੰਮ ਕਰਾਉਣ ਲਈ ਰਿਸ਼ਵਤ ਮੰਗਦਾ, ਵੱਡੀ ਮੰਗਦਾ। ਇਹ ਨੰਬਰ ਜਿਹੜਾ ਭਗਵੰਤ ਮਾਨ ਉਹਨਾਂ ਦੇ ਕੋਲ ਰਹੇਗਾ। ਇਹ ਫੈਸਲਾ ਉਹਨਾਂ ਦਾ ਸਵਾਗਤਯੋਗ ਹੈ, ਪਰ ਇਸ ਨੂੰ ਲੈ ਕੇ ਵੀ ਜਿਹੜੀ ਆਲੋਚਨਾ ਆ ਉਹ ਸ਼ੁਰੂ ਹੋ ਗਈ। ਅਸੀਂ ਤੁਹਾਡੇ ਨਾਲ ਜੇ ਪੁਰਾਣੀ ਗੱਲ ਸਾਂਝੀ ਕਰ ਲਈਏ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅਜਿਹਾ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ। ਉਹਨਾਂ ਨੇ ਇੱਕ ਹੈਲਪਲਾਈਨ ਵੀ ਜਾਰੀ ਕੀਤੀ ਸੀ ਤੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਜਿਹੜੇ ਲੋਕ ਸਾਨੂੰ ਸੂਹ ਦਿਆ ਕਰਨਗੇ ਕਿ ਕੌਣ ਰਿਸ਼ਵਤ ਮੰਗਦਾ ਜਾਂ ਰਿਸ਼ਵਤ ਦਿੰਦਾ ਆ ਤਾਂ ਉਸ ਨੂੰ 25,000 ਰੁਪਏ ਦਾ ਇਨਾਮ ਦਿੱਤਾ ਜਾਇਆ ਕਰੂਗਾ, ਪਰ ਨਾਂ ਜਿਹੜਾ ਉਹ ਗੁਪਤ ਰੱਖਿਆ ਕਰੂਗਾ। ਸੋ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਇਹ ਸਕੀਮ ਆ ਉਹ ਤਾਂ ਕਾਮਯਾਬ ਨਹੀਂ ਹੋਈ। ਇੱਥੇ ਹੀ ਬਸ ਨਹੀਂ, ਦਿੱਲੀ ਦੀ ਸੈਂਟਰ ਸਰਕਾਰ ਵੱਲੋਂ ਵੀ ਅਜਿਹੇ ਐਲਾਨ ਕੀਤੇ ਗਏ, ਸ਼ੁਰੂ ਕੀਤੀਆਂ ਗਈਆਂ, ਪਰ ਕੁਝ ਬਣ ਨਹੀਂ ਸਕਿਆ ਕਿਉਂਕਿ ਜਦੋਂ ਤੱਕ ਲੋਕਾਂ ਦਾ ਜਿਹੜਾ ਆਪਣਾ ਅੰਦਰੋਂ ਇਹ ਪੈਦਾ ਨਹੀਂ ਹੁੰਦੀ ਕਿ ਅਸੀਂ ਜਿਹੜਾ ਆ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ, ਰਿਸ਼ਵਤ ਨਹੀਂ ਲੈਣੀ, ਸਗੋਂ ਆਪਣੀ ਇਮਾਨਦਾਰੀ ਅਨੁਸਾਰ ਕੰਮ ਕਰਨਾ, ਉਦੋਂ ਤੱਕ ਜਿਹੜੇ ਐਲਾਨ ਆ ਉਹਨਾਂ ਦਾ ਸਫਲ ਹੋਣਾ ਇੰਨਾ ਸੌਖਾ ਨਹੀਂ। ਵੈਸੇ ਅਰਵਿੰਦ ਕੇਜਰੀਵਾਲ ਨੇ ਵੀ ਭਗਵੰਤ ਮਾਨ ਤੋਂ ਬਾਅਦ ਆਪਣਾ ਟਵੀਟ ਕਰਕੇ ਕਹਿ ਦਿੱਤਾ ਕਿ ਉਹਨਾਂ ਨੇ ਵੀ ਭ੍ਰਿਸ਼ਟਾਚਾਰ ਦਾ ਸਫਾਇਆ ਦਿੱਲੀ 'ਚ ਇਸ ਤਰ੍ਹਾਂ ਹੀ ਕੀਤਾ ਸੀ। ਪਰ ਆਪਾਂ ਭਗਵੰਤ ਮਾਨ ਦੇ ਐਲਾਨ ਨੂੰ ਥੋੜ੍ਹਾ ਜਿਹਾ ਜੇ ਡੂੰਘਾਈ ਨਾਲ ਸੋਚੀਏ, ਇੱਕ ਤਾਂ ਇਹ ਕਿ ਕੀ ਪਹਿਲੀਆਂ ਸਰਕਾਰਾਂ
ਜੇ ਉਹਨਾਂ ਨੂੰ ਵੀਡੀਓ ਜਾਂ ਆਡੀਓ ਮਿਲਦੀ ਸੀ ਤਾਂ ਉਹ ਕਾਰਵਾਈ ਨਹੀਂ ਸੀ ਕਰਦੀਆਂ। ਬਿਲਕੁਲ ਜਦੋਂ ਰਿਸ਼ਵਤ ਲੈਣ ਜਾਂ ਦੇਣ ਦੀ ਕੋਈ ਵੀਡੀਓ ਜਾਂ ਆਡੀਓ ਆਉਂਦੀ ਸੀ ਤਾਂ ਕਾਰਵਾਈ ਜਿਹੜੀ ਆ ਹੁੰਦੀ ਰਹੀ ਆ। ਇੱਕ ਹੋਰ ਗੱਲ ਇਹ ਕਿ ਜੇ ਹੁਣ ਅਫਸਰ ਜਿਹੜੇ ਆ ਉਹ ਇੰਨੇ ਸੁਚੇਤ ਹੋ ਜਾਣਗੇ ਤਾਂ ਕੀ ਉਹ ਜਦੋਂ ਰਿਸ਼ਵਤ ਲੈਣਗੇ ਜਾਂ ਮੰਗਣਗੇ ਉਹ ਵੀਡੀਓ ਜਾਂ ਆਡੀਓ ਬਣ ਦੇਣਗੇ? ਉਹ ਤਾਂ ਹੋਰ ਤਰ੍ਹਾਂ ਸੁਚੇਤ ਹੋ ਗਏ। ਪਹਿਲਾਂ ਵੀ ਜਦੋਂ ਕੋਈ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਜਾਂਦਾ ਰਿਹਾ ਤਾਂ ਉਹਨੂੰ ਟੰਗ ਦਿੱਤਾ ਜਾਂਦਾ ਰਿਹਾ, ਤੇ ਹੁਣ ਵੀ ਜੇ ਕੋਈ ਜਾਂਚ ਤੋਂ ਬਾਅਦ, ਜਿਵੇਂ ਭਗਵੰਤ ਮਾਨ ਨੇ ਕਿਹਾ ਕਿ ਜਾਂਚ ਕਰਾਈ ਜਾਊਗੀ, ਜੇ ਜਾਂਚ ਤੋਂ ਬਾਅਦ ਕੋਈ ਬੰਦਾ ਫੜਿਆ ਗਿਆ, ਦੋਸ਼ੀ ਪਾਇਆ ਗਿਆ ਤਾਂ ਉਹਦੇ ਬਾਅਦ ਕਾਰਵਾਈ ਤਾਂ ਹੋਣੀ ਆ, ਪਹਿਲਾਂ ਵੀ ਹੁੰਦੀ ਰਹੀ ਆ। ਸੋ ਹਾਲ ਦੀ ਘੜੀ ਜਿਹੜਾ ਭਗਵੰਤ ਮਾਨ ਦਾ ਬਿਆਨ ਆ ਇਹ ਕਈ ਸਾਰੀਆਂ ਜਿਹੜੀਆਂ ਆਲੋਚਨਾਵਾਂ ਉਹਨਾਂ ਵਿੱਚ ਘਿਰ ਗਿਆ। ਪਰ ਇੱਕ ਗੱਲ ਇਹ ਆ ਕਿ ਜੇ ਭਗਵੰਤ ਮਾਨ ਉਹਨਾਂ ਦੀ ਮਨਸ਼ਾ ਹੋਈ, ਕਿਉਂਕਿ ਆਪਾਂ ਪਿੱਛੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ, ਸਾਰੇ ਜਿਹੜੇ ਸੁਚੇਤ ਲੋਕ ਆ ਉਹ ਕਹਿੰਦੇ ਆ ਰਹੇ ਆ ਕਿ ਭ੍ਰਿਸ਼ਟਾਚਾਰ ਉੱਪਰੋਂ ਸ਼ੁਰੂ ਹੁੰਦਾ, ਤੇ ਜੇ ਭ੍ਰਿਸ਼ਟਾਚਾਰ ਉੱਪਰੋਂ ਖਤਮ ਹੋ ਜਾਏ, ਭਾਵ ਕਿ ਮੁੱਖ ਮੰਤਰੀ, ਉਹਦੇ ਮੰਤਰੀ, ਪੁਲਿਸ ਦੇ ਉੱਚ ਅਧਿਕਾਰੀ, ਪ੍ਰਸ਼ਾਸਨ ਜੇ ਸਾਰੇ ਇਹ ਫੈਸਲਾ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ, ਅਸੀਂ ਰਿਸ਼ਵਤ ਨਹੀਂ ਲੈਣੀ, ਅਸੀਂ ਆਪਣੀ ਜਿਹੜੀ ਡਿਊਟੀ ਸਰਕਾਰੀ ਆ, ਜੋ ਸਰਕਾਰ ਤਨਖਾਹ ਦਿੱਤੀ ਜਾਂਦੀ ਆ, ਉਹਦੇ ਨਾਲ ਕੰਮ ਕਰਨਾ, ਤਦ ਭ੍ਰਿਸ਼ਟਾਚਾਰ ਜਿਹੜਾ ਆਪਣੇ ਆਪ ਖਤਮ ਹੋ ਜਾਊਗਾ। ਪਰ ਵੈਸੇ ਗੱਲ ਇਹ ਵੀ ਕਹਿ ਲਈ ਜਾਵੇ ਕਿ ਜੇ ਭ੍ਰਿਸ਼ਟਾਚਾਰ ਜਿਹੜਾ ਜਿੰਨਾ ਕੁ ਅਸਲੇ ਫੈਲਿਆ ਹੋਇਆ, ਜਿਹਨੇ ਸਮਾਜ ਨੂੰ ਘੋੜੀ ਤਰ੍ਹਾਂ ਖਾਇਆ ਹੋਇਆ, ਜੇ ਇਹਦੇ ਵਿੱਚੋਂ 50% ਨੂੰ ਠੱਲ ਪੈ ਜਾਏ ਤਾਂ ਜਿਹੜਾ ਆ ਇਹ ਕਈ ਸਾਰੇ ਵਧੀਆ ਰਿਜ਼ਲਟ ਜਿਹੜੇ ਆ ਸਕਦੇ ਆ। ਵੈਸੇ 2 ਦਿਨ ਪਹਿਲਾਂ ਅਸੀਂ ਇੱਕ ਸਟੋਰੀ ਕੀਤੀ ਸੀਗੀ ਆਪਣੇ ਦਾ ਖਾਲਸ ਟੀਵੀ ਤੇ, ਉਹਦੇ ਵਿੱਚ ਇਹ ਸੀਗਾ ਕਿ ਜਿੰਨਾ ਮਾਲੀਆ ਆ ਰਿਹਾ ਪੰਜਾਬ ਨੂੰ, ਉਹਦੇ ਵਿੱਚੋਂ 34% ਜਿਹੜਾ ਮਾਲੀਆ ਜਿਹੜਾ ਆ ਉਹ ਭ੍ਰਿਸ਼ਟਾਚਾਰ ਦੀ ਜੇਬਾਂ ਵਿੱਚ ਚਲ ਜਾਂਦਾ। ਸੋ ਸੱਚਮੁੱਚ ਜਿਹੜੀ ਲੋੜ ਆ ਉਹ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਦੀ ਆ, ਤਦ ਹੀ ਜਿਹੜਾ ਪੰਜਾਬ ਆ ਉਹ ਵਿਕਾਸ ਦੀਆਂ ਲੀਹਾਂ ਤੇ ਤੁਰ ਸਕਦਾ, ਤਦ ਹੀ ਜਿਹੜਾ ਪੰਜਾਬ ਦਾ ਖਜ਼ਾਨਾ ਆ ਉਹ ਮੁੜ ਕੇ ਉੱਛਣ ਲੱਗੇਗਾ। ਜਿਹੜਾ 1986 ਤੱਕ ਸਰਪਲਸ ਕੈਸ਼ ਲੈ ਕੇ ਬੈਠਾ ਰਿਹਾ ਤੇ ਅੱਜ ਜਿਹੜਾ 4 ਲੱਖ ਕਰੋੜ ਦੇ ਕਰਜ਼ੇ ਥੱਲੇ ਦੱਬਿਆ ਪਿਆ। ਇਹਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਦੀ, ਉਸ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ ਤੇ ਕੁਦਰਤੀ ਆ ਜਿਹੜਾ ਇਹ ਆਪਣਾ ਚੱਲ ਜਾਂਦਾ ਥੋੜਾ ਸੋਚ। ਕਾਂਗਰਸ ਪਾਰਟੀ ਜਿਹੜੀ ਆ ਪਿਛਲੇ ਦਿਨੀ 2 ਦਿਨ ਮੰਥਨ ਕਰਨ ਤੋਂ ਬਾਅਦ ਚੁੱਪ ਆ। ਵੈਸੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਟਵੀਟ ਕਰਕੇ ਭਗਵੰਤ ਮਾਨ ਨੂੰ ਆਪਾਂ ਕਹਿ ਲਈਏ ਕਿ ਸ਼ਾਬਾਸ਼ ਦਿੱਤੀ ਆ, ਤੇ ਨਾਲ ਆਸ ਕੀਤੀ ਆ ਕਿ ਉਹ ਉਮੀਦ ਕਰਦੇ ਆ ਕਿ ਭਗਵੰਤ ਮਾਨ ਜਿਵੇਂ ਪਹਿਲਾਂ ਟੀਸੀਆਂ ਤੇ ਰਹੇ ਆ ਕਲਾਕਾਰੀ ਦੇ ਖੇਤਰ ਵਿੱਚ, ਇਵੇਂ ਹੀ ਸਿਆਸਤ ਵਿੱਚ ਵੀ ਜਿਹੜਾ ਆ ਉਹ ਟੀਸੀ ਦੇ ਪੁੱਜਣਗੇ, ਉਹਨਾਂ ਦਾ ਜਿਹੜਾ ਭਵਿੱਖ ਆ ਉਹ ਪੀਕ ਤੇ ਜਾਵੇ। ਹੁਣ ਗੱਲ ਕਰ ਲਈਏ ਅਕਾਲੀ ਦਲ ਦੀ, ਤਾਂ ਅਕਾਲੀ ਦਲ ਨੂੰ ਲਗਾਤਾਰ ਖੋਰਾ ਲੱਗਦਾ ਰਿਹਾ। ਸੁਖਬੀਰ ਸਿੰਘ ਬਾਦਲ ਲਗਾਤਾਰ ਕਮਜ਼ੋਰ ਪੈਂਦੇ ਆ ਰਹੇ ਆ। ਲੰਘੇ ਕੱਲ੍ਹ ਅਸੀਂ ਚਰਚਾ ਇਹ ਕੀਤੀ ਸੀਗੀ ਕਿ ਦਿੱਲੀ ਦੀ ਜਿਹੜੀ ਸਿੱਖ ਮੈਨੇਜਮੈਂਟ ਕਮੇਟੀ ਆ ਉਹਦੇ ਅਹੁਦੇਦਾਰ ਸਾਰੇ ਜਿਹੜੇ ਆ ਉਹ ਅਕਾਲੀ ਦਲ ਨੂੰ ਨਾਤਾ ਤੋੜ ਗਏ। ਕੱਲ੍ਹ ਇੱਕ ਡਿਵੈਲਪਮੈਂਟ ਇਹ ਹੋਈ ਆ ਕਿ ਉਹਨਾਂ ਸਾਰਿਆਂ ਜਿਹੜੇ ਮੈਂਬਰ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਉਹਨਾਂ ਸਾਰਿਆਂ ਨੇ ਇੱਕ ਨਵੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ, ਤੇ ਨਾਲ ਹੀ ਉਹਨਾਂ ਨੇ ਐਲਾਨ ਇਹ ਕੀਤਾ ਕਿ ਉਹ ਜਿਹੜੀ ਨਵੀਂ ਜਥੇਬੰਦੀ ਖੜੀ ਕੀਤੀ ਆ, ਨਵਾਂ ਦਲ ਖੜਾ ਕੀਤਾ, ਉਸ ਨੂੰ ਇਲੈਕਸ਼ਨ ਜਿਹੜੀਆਂ ਉਹ ਵਿਧਾਨ ਸਭਾ ਜਾਂ ਰਾਜਸੀ ਚੋਣਾਂ ਨਹੀਂ ਲੜਨਗੇ, ਸਗੋਂ ਜਿਹੜੀ ਗੁਰਦੁਆਰਾ ਨਾਲ ਸੰਬੰਧਿਤ ਕਮੇਟੀ ਜਿਹੜਾ ਸਿੱਖ ਸੰਸਥਾਵਾਂ ਨਾਲ ਸੰਬੰਧਿਤ ਚੋਣਾਂ ਆ ਸਿਰਫ ਉਹੀ ਲੜਿਆ ਕਰਨਗੇ। ਪਰ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਹ ਬਹੁਤ ਵੱਡਾ ਝਟਕਾ ਆ। ਝਟਕਾ ਐਡਾ ਵੱਡਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਇਸ ਤੋਂ ਬਾਅਦ ਕਾਲਕਾ ਉਹਨਾਂ ਦੇ ਰਿਜ਼ਾਈਨ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਨੀ ਚਾਹੀ ਸੀ, ਉਹ ਉਹਨਾਂ ਨੇ ਆਪ ਨਹੀਂ ਕੀਤੀ, ਸਗੋਂ ਜਿਹੜੀ ਬੰਦੂਕ ਆ ਉਸ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਦੇ ਮੋਢੇ ਤੇ ਰੱਖ ਕੇ ਚਲਾਈ ਆ। ਸੋ ਸੁਖਬੀਰ ਸਿੰਘ ਬਾਦਲ ਦੀ ਇਹ ਜਿਹੜੀ ਹਾਲਤ ਆ ਇੰਨੀ ਪਤਲੀ ਦਿਸਣ ਲੱਗੀ ਆ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਵੀ ਆਪਣੀ ਜਿਹੜੀ ਇਕਾਈ ਆ ਉਹਨੂੰ ਜਵਾਬ ਦੇਣ ਦੇ ਸਮਰੱਥ ਨਹੀਂ ਰਹੇ। ਸੋ ਵੈਸੇ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਾਂ ਕਹਿ ਲਈਏ ਕਿ ਇਹਨੂੰ ਲਗਾਤਾਰ ਝਟਕੇ ਲੱਗਦੇ ਆ ਰਹੇ ਆ। ਆਪਾਂ ਪੁਰਾਣੀ ਗੱਲ ਕਰ ਲਈਏ ਕਿ ਮਾਸਟਰ ਤਾਰਾ ਸਿੰਘ ਜਾਂ ਫਤਿਹ ਸਿੰਘ ਜਿਹੜੇ ਆ ਸੰਤ ਫਤਿਹ ਸਿੰਘ ਦੋਨਾਂ ਵਿੱਚ ਵੀ ਤਕਰਾਰ ਆ ਗਈ ਸੀ, ਤਦ ਤੋਂ ਜਿਹੜੇ ਅਕਾਲੀ ਦਲ ਆ ਉਹ ਖਿੰਡਰਨ ਲੱਗ ਗਿਆ ਸੀ, ਵੱਖ-ਵੱਖ ਦਲ ਬਣ ਸ਼ੁਰੂ ਹੋ ਗਏ ਸੀ। ਪਰ ਹੁਣ ਤੱਕ ਘੱਟੋ ਘੱਟ 1 ਦਰਜਨ ਅਕਾਲੀ ਦਲ ਜਿਹੜੇ ਬਣ ਚੁੱਕੇ ਆ, ਚਾਹੇ ਅਕਾਲੀ ਦਲ 920 ਕਰ ਲਈਏ, ਚਾਹੇ ਅਕਾਲੀ ਦਲ ਭਾਈ ਮੋਹਕਮ ਸਿੰਘ ਦੀ ਗੱਲ ਕਰ ਲਈਏ, ਚਾਹੇ ਆਪਾਂ ਅਕਾਲੀ ਦਲ ਭਾਈ ਜਿਹੜਾ ਗੁਰਦੀਪ ਸਿੰਘ ਬਠਿੰਡਾ ਉਹਨਾਂ ਦੀ ਗੱਲ ਕਰ ਲਈਏ, ਜਾਂ ਸਿਮਰਜੀਤ ਸਿੰਘ ਮਾਨ ਦਾ ਨਾਂ ਲੈ ਲਓ, ਸਾਰੇ ਦੇ ਸਾਰੇ ਜਿਹੜੀਆਂ ਇਹ ਇਸ ਕਰਕੇ ਨਾਰਾਜ਼ ਹੋ ਕੇ ਚੱਲ ਗਏ ਕਿਉਂਕਿ ਇਹਨਾਂ ਨੂੰ ਅਕਾਲੀ ਦਲ ਵਿੱਚ ਜਿਹੜਾ ਬਾਦਲ ਪਰਿਵਾਰ ਭਾਰੂ ਆ ਉਹ ਪਸੰਦ ਨਹੀਂ ਸੀ। ਸੋ ਬਾਦਲ ਪਰਿਵਾਰ ਚਾਹੇ ਚੋਣਾਂ ਹਾਰਨ ਤੋਂ ਬਾਅਦ ਮੰਥਨ ਕਰ ਰਿਹਾ, ਪਰ ਮੈਨੂੰ ਇੰਝ ਲੱਗਦਾ ਕਿ ਹਾਲੇ ਵੀ ਉਹ ਜਿਹੜਾ ਆ ਆਪਣਾ ਜਿਹੜਾ ਕਬਜ਼ਾ ਆ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਛੱਡਣ ਨੂੰ ਤਿਆਰ ਨਹੀਂ ਹੈਗਾ। ਵੈਸੇ ਇੱਕ ਜਿਹੜਾ WhatsApp ਤੇ ਮੈਸੇਜ ਚੱਲ ਰਿਹਾ ਉਹ ਕਈ ਇਹ ਕਿ ਲੋਕ ਇਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ ਹਾਰਿਆ, ਬਾਦਲ ਹਾਰੇ ਆ।
ਜਾਂ ਆਪਾਂ ਇਹ ਕਹਿ ਲਈਏ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਿਜੈਕਟ ਨਹੀਂ ਕੀਤਾ, ਸਗੋਂ ਬਾਦਲਾਂ ਨੂੰ ਰਿਜੈਕਟ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਚੋਣ ਜਿਹੜੀ ਮੀਟਿੰਗ ਹੋਈ ਸੀਗੀ ਮੰਥਨ ਕਰਨ ਲਈ, ਤਾਂ ਉਹਦੇ ਵਿੱਚ ਵੀ ਆਪਣੇ ਬੇਟੇ ਜਿਹੜਾ ਸੁਖਬੀਰ ਸਿੰਘ ਆ ਉਹਦੇ ਮੋਹਰੇ ਢਾਲ ਬਣ ਕੇ ਖੜ ਗਏ। ਹੁਣ ਵੀ ਜਿਹੜੇ ਬਿਆਨ ਤਰ੍ਹਾਂ ਤਰ੍ਹਾਂ ਦਵਾਏ ਜਾ ਰਹੇ ਆ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹ ਨਹੀਂ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਆਪਣੇ ਅਹੁਦੇ ਤੋਂ ਪਾਸੇ ਹੋ ਜਾਣ। ਸੋ ਮੈਨੂੰ ਇੰਝ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜੇ ਸੱਚਮੁੱਚ ਹੀ ਮੁੜ ਆਪਣੇ ਪੈਰਾਂ 'ਤੇ ਖੜਨਾ ਚਾਹੁੰਦਾ ਤਾਂ ਇਹਨਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਜਿਹੜਾ ਆ ਉਹ ਫੇਰਨਾ ਪਊਗਾ। ਜੋ ਲੋਕ ਚਾਹੁੰਦੇ ਆ, ਜੋ ਵਰਕਰ ਚਾਹੁੰਦੇ ਆ, ਜੇ ਉਸ ਚਾਲੇ ਹਲੇ ਵੀ ਨਾ ਤੁਰੇ ਤਦ ਜਿਹੜਾ ਅਕਾਲੀ ਦਲ ਆਪਣੀ ਹੋਂਦ ਬਚਾਉਣੀ ਮੁਸ਼ਕਲ ਹੋ ਜਾਊਗੀ। ਪਰ ਮੈਂ ਇੱਥੇ ਕਹਿਦਾ ਕਿ ਲੋਕ ਜਿਹੜੇ ਆਮ ਆ ਉਹਨਾਂ ਦੀ ਨਾਰਾਜ਼ਗੀ ਚੱਲੀ ਆ ਰਹੀ ਆ ਕਿ ਬਾਦਲਾਂ ਨੇ ਪੰਜਾਬ ਡਕਾਰ ਲਿਆ, ਬਾਦਲਾਂ ਨੇ ਆਪਣਾ ਜਿਹੜਾ ਵਪਾਰ ਆ ਉਹ ਕਰ ਲਿਆ, ਆਪਣੇ ਜਿਹੜੀਆਂ ਸਾਰੀ ਆਪਣੀ ਪਰਿਵਾਰ ਆ ਉਹਨਾਂ ਨੂੰ ਸਿਆਸਤ 'ਤੇ ਕਬਜ਼ਾ ਕਰਵਾ ਦਿੱਤਾ। ਸੋ ਇਹ ਸਾਰਾ ਕੁਝ ਜਿਹੜਾ ਆ ਜਦੋਂ ਤੱਕ ਲੋਕਾਂ ਦੇ ਮਨਾਂ 'ਚੋਂ ਨਹੀਂ ਨਿਕਲਦਾ ਉਦੋਂ ਤੱਕ ਲੋਕਾਂ ਦਾ ਅਕਾਲੀ ਦਲ ਨਾਲ ਜੁੜਨਾ ਜਿਹੜਾ ਆ ਉਹ ਮੁੜ ਕੇ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਆ। ਵੈਸੇ ਸਾਬਕਾ ਮੁੱਖ ਮੰਤਰੀ ਤੇ ਜਿਹੜੇ ਸਰਪ੍ਰਸਤ ਨੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਕੱਲ ਇਹ ਕਹਿ ਦਿੱਤਾ ਕਿ ਉਹ ਪੈਨਸ਼ਨਾਂ ਨਹੀਂ ਲੈਣਗੇ। ਉਹਨਾਂ ਨੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖਤੀ ਕਿ ਉਹਨਾਂ ਨੂੰ ਕੋਈ ਵੀ ਪੈਨਸ਼ਨ ਦਿੱਤੀ ਜਾਵੇ, ਸਗੋਂ ਜਿਹੜੀ ਪੈਨਸ਼ਨ ਆ ਇਹ ਜਿਹੜੀ ਹੈਗੀ ਆ ਲੋੜਵੰਦਾਂ ਉੱਤੇ ਖਰਚ ਕੀਤੀ ਜਾਵੇ। ਮੈਨੂੰ ਇੰਝ ਲੱਗਦਾ ਕਿ ਇਹ ਉਹ ਗੱਲ ਆ ਜਿਵੇਂ ਆਪਾਂ ਊਠ ਦੇ ਉੱਪਰੋਂ ਛਾਣਨੀ ਲਾ ਦਈਏ। ਸੋ ਊਠ ਦੇ ਉੱਪਰੋਂ ਛਾਣਨੀ ਲਾਉਣ ਨਾਲ ਕੋਈ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਫਰਕ ਨਹੀਂ ਪੈਣਾ। ਇੱਥੇ ਮੈਂ ਥੋੜ੍ਹਾ ਜਿਹਾ ਇਹ ਡਿਟੇਲ ਚਲ ਜਾ ਇਹ ਕਿ ਪ੍ਰਕਾਸ਼ ਸਿੰਘ ਬਾਦਲ ਕਿਉਂਕਿ 9 ਵਾਰ ਮੁੱਖ ਮੰਤਰੀ ਰਹੇ ਆ ਅਤੇ ਉਹਨਾਂ ਨੂੰ 9 ਪੈਨਸ਼ਨ ਲੱਗਣੀਆਂ ਸਨ। 9 ਪੈਨਸ਼ਨ ਦੀ ਰਕਮ ਆ ਉਹ 6 ਲੱਖ ਕੋਈ 25-50 ਹਜ਼ਾਰ ਦੇ ਕਰੀਬ ਬਣਦੀ ਆ। ਪਰ ਇੱਥੇ ਮੈਂ ਦੱਸਦਾ ਕਿ ਪ੍ਰਕਾਸ਼ ਸਿੰਘ ਬਾਦਲ ਸਮੇਤ ਜਿਹੜੇ ਦੂਜੇ ਸਿਆਸੀ ਲੀਡਰਾਂ ਦੀ ਪੈਨਸ਼ਨ ਲੈ ਕੇ ਕਈ ਚਿਰਾਂ ਦਾ ਰੋਲਾ ਘਚੋਲਾ ਚੱਲਿਆ ਆ ਰਿਹਾ। ਇਹ ਮੈਂ ਦੱਸਦਾ ਕਿ ਸਿਆਸੀ ਲੀਡਰ ਕਹਿ ਰਹੇ ਪੈਨਸ਼ਨ ਨਹੀਂ ਲੈ ਰਹੇ, ਲੋਕਾਂ ਦਾ ਇਲਜ਼ਾਮ ਹੈ ਕਿ ਪੈਨਸ਼ਨ ਲੈ ਰਹੇ ਆ। ਪਰ ਜੋ ਸਰਕਾਰ ਦੇ ਕਾਗਜ਼ ਬੋਲਦੇ ਆ ਉਹਦੇ ਮੁਤਾਬਕ ਇਹ ਕਿ ਜਦੋਂ ਕੋਈ ਵੀ ਨੇਤਾ, ਉਦਾਹਰਨ ਵਜੋਂ ਪ੍ਰਕਾਸ਼ ਸਿੰਘ ਬਾਦਲ ਜਦੋਂ ਪਿਛਲੇ ਸਾਲ ਤੱਕ MLA ਸੀਗੇ, ਜਦੋਂ ਕੋਈ ਵੀ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਹੋਵੇ ਜਾਂ MP ਹੋਵੇ, ਜਦੋਂ ਤੱਕ ਉਹ MLA ਜਾਂ MP ਰਹਿੰਦਾ ਤਦ ਤੱਕ ਉਹਨੂੰ ਜਿਹੜੀ ਪੈਨਸ਼ਨ ਆ ਕੋਈ ਨਹੀਂ ਮਿਲਦੀ, ਜਾਂ ਇਹ ਹੁੰਦਾ ਕਿ ਪੈਨਸ਼ਨ ਦੇ ਅਮਾਊਂਟ ਵਿੱਚੋਂ ਤਨਖਾਹ ਘਟਾ ਕੇ ਉਹ ਲੈਂਦਾ ਰਹੇ। ਸੋ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਜਦੋਂ ਉਹ MLA ਨਹੀਂ ਰਹੇ ਤਾਂ 9 ਪੈਨਸ਼ਨਾਂ ਆਉਣੀ ਸ਼ੁਰੂ ਹੋ ਜਾਣੀ ਸੀ ਅਤੇ ਉਹਨਾਂ ਨੇ ਜਿਹੜੀ ਇਹ ਆਫਰ ਆ ਕੁਰਬਾਨੀ ਇਹ ਕਰ ਦਿੱਤੀ। ਸੋ ਮੈਨੂੰ ਇੰਝ ਲੱਗਦਾ ਜੇ ਪ੍ਰਕਾਸ਼ ਸਿੰਘ ਬਾਦਲ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਜਿਹੜੀਆਂ ਪਹਿਲਾਂ ਸ਼ੁਰੂ ਕਰਨ ਦੇ ਵਿਧਾਨ ਸਭਾ ਚੋਣਾਂ ਤੋਂ, ਤਾਂ ਸ਼ਾਇਦ ਉਹਨਾਂ ਦਾ ਜਿਹੜਾ ਦਾਅ ਆ ਉਹ ਲੱਗ ਜਾਂਦਾ, ਜਾਂ ਆਪਾਂ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੀ ਲੋਕਾਂ ਦੀ ਜਿਹੜੀ ਦੂਰੀ ਵਧੀ ਆ ਉਹ ਇੰਨੀ ਦੂਰੀ ਨਾ ਵੱਧਦੀ। ਇੱਥੇ ਇੱਕ ਗੱਲ ਜਿਹੜੀ ਹੋਰ ਕਹਿਣੀ ਜ਼ਰੂਰੀ ਬਣਦੀ ਆ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਉਹ ਲੋਕਾਂ ਦੇ ਦਿਲਾਂ ਦੇ ਨੇੜੇ ਨਹੀਂ ਹੁੰਦੇ ਤਦ ਤੱਕ ਪੰਜਾਬ ਵਿੱਚ ਜਿਹੜੇ ਪੈਰ ਲੱਗਣੇ ਔਖੇ ਆ। ਕਿਉਂਕਿ ਇੱਥੇ ਬਾਰ-ਬਾਰ ਆਪਾਂ ਪਹਿਲਾਂ ਵੀ ਚਰਚਾ ਕਰਦੇ ਰਹੇ, ਹੁਣ ਵੀ ਇਹ ਗੱਲ ਦੁਹਰਾ ਦਈਏ ਕਿ ਜਦੋਂ ਤੱਕ ਪੰਜਾਬੀਆਂ ਦੇ ਮਨਾਂ ਵਿੱਚੋਂ ਇਹ ਗੁੱਸਾ ਨਹੀਂ ਜਾਂਦਾ ਕਿ ਉਹਨਾਂ ਦੇ ਕਾਰਜਕਾਲ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੋਈ ਆ, ਜਾਂ ਉਹਨਾਂ ਦੇ ਸਰਕਾਰ ਹੁੰਦਿਆਂ ਜਿਹੜਾ ਕੋਟਕਪੂਰਾ ਗੋਲੀਕਾਂਡ ਵਾਪਰਿਆ ਅਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ, ਨਸ਼ਿਆਂ ਦਾ ਦਰਿਆ ਜਿਹੜਾ ਇਹਨਾਂ ਦੇ ਸਰਕਾਰ ਵੇਲੇ ਵਗਿਆ। ਸੋ ਜਦੋਂ ਤੱਕ ਇਹ ਵੱਡੇ ਸਾਰੇ ਜਿਹੜੇ ਲੋਕਾਂ ਦੇ ਦਿਲਾਂ ਨਾਲ ਮਸਲੇ ਜੁੜੇ ਹੋਏ ਆ, ਜਦੋਂ ਤੱਕ ਉਹਨਾਂ ਦਾ ਹੱਲ ਨਹੀਂ ਹੁੰਦਾ, ਮੈਨੂੰ ਜੀ ਲੱਗਦਾ ਕਿ ਜਿਹੜਾ ਪਾੜਾ ਆ ਆਮ ਲੋਕਾਂ ਤੇ ਅਕਾਲੀ ਦਲ ਦਾ ਉਹ ਘਟਣਾ ਬਹੁਤ ਔਖਾ ਆ। ਅਤੇ ਨਾਲ ਹੀ ਹੁਣ ਆਪਾਂ ਗੱਲ ਕਰ ਲਈਏ ਜਿਹੜੀ ਹੈਗੀ ਆ SKM ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਸਮਾਜ ਮੋਰਚੇ ਦੀ। ਉਹ ਇਹ ਕਿ ਸੰਯੁਕਤ ਕਿਸਾਨ ਮੋਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਚੈਲੰਜ ਕਰਨ ਲੱਗਾ। ਸੰਯੁਕਤ ਕਿਸਾਨ ਮੋਰਚਾ ਜਿਹਨੇ 1.25 ਸਾਲ ਦਿੱਲੀ ਦੀਆਂ ਬਰੂਹਾਂ 'ਤੇ ਬਹਿ ਕੇ ਮੋਦੀ ਨੂੰ ਵਕਤ ਪਾਈ ਰੱਖਿਆ, ਜਿਹਨੇ ਨਾ ਮੀਂਹ ਦੇਖੀ, ਨਾ ਧੁੱਪ ਦੇਖੀ, ਨਾ ਹਨੇਰੀ ਦੇਖੀ, ਨਾ ਆਪਣੀ ਬਿਮਾਰੀ ਦੇਖੀ, ਨਾ ਪਰਿਵਾਰ ਦੇਖਿਆ, ਉਹ ਸੰਯੁਕਤ ਮੋਰਚਾ ਜਿਹੜਾ ਆ ਮੁੜ ਸਰਗਰਮ ਹੋ ਰਿਹਾ। ਕਿਉਂਕਿ ਨਰਿੰਦਰ ਮੋਦੀ ਨੇ ਜਦੋਂ 19 ਨਵੰਬਰ ਨੂੰ ਐਲਾਨ ਕੀਤਾ ਸੀ ਕਿ 3 ਕਾਲੇ ਖੇਤਰ ਨੂੰ ਵਾਪਸ ਲੈ ਜਾ ਰਹੇ ਆ, ਤਦ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ ਜਿਹੜੀ MSP ਆ ਉਹਨੂੰ ਲੈ ਕੇ ਜਿਹੜੀ ਆ ਕੋਈ ਕਾਨੂੰਨ ਦੀ ਜਿਹੜੀ ਗਰੰਟੀ ਉਹਦੀ ਕਮੇਟੀ ਗਠਿਤ ਕੀਤੀ ਜਾਊਗੀ, ਲਖੀਮਪੁਰ ਘਟਨਾ ਜਿਹੜਾ ਉਹਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਊਗੀ, ਹੋਰ ਵੀ 3-4 ਮੰਗਾਂ ਜਿਹੜੀਆਂ ਸੀਗੀਆਂ ਉਹ ਮੰਨਣ ਲਈ ਕਿਹਾ ਸੀ। ਪਰ ਹੁਣ ਇਹ ਮੰਗਾਂ ਲਟਕਾ ਦਿੱਤੀਆਂ ਗਈਆਂ। ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਿਣਕ ਪੈ ਚੁੱਕੀ ਆ ਕਿ ਕਿਸਾਨ ਮੋਰਚਾ ਜਿਹੜਾ 2 ਫੜ ਆ। ਪਰ ਮੈਨੂੰ ਇਹ ਲੱਗਦਾ ਕਿ ਕਿਸਾਨ ਮੋਰਚਾ 2 ਫੜ ਨਹੀਂ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਸੰਯੁਕਤ ਸਮਾਜ ਮੋਰਚਾ ਭਾਵ ਬਲਵੀਰ ਸਿੰਘ ਰਾਜੇਵਾਲ ਜਾਂ ਉਹਨਾਂ ਨਾਲ ਜੁੜੀ ਜਥੇਬੰਦੀਆਂ ਜਿਨ੍ਹਾਂ ਨੇ ਪੰਜਾਬ ਦੀਆਂ ਚੋਣਾਂ 'ਚ ਸ਼ਮੂਲੀਅਤ ਕੀਤੀ ਆ, ਉਹਨਾਂ ਨੂੰ ਸਸਪੈਂਡ ਕਰਤਾ ਸੀ। ਸੋ ਜਿਹੜੀ ਸਸਪੈਂਸ਼ਨ ਆ ਇਹ ਅਪ੍ਰੈਲ ਤੱਕ ਆ।
ਵੈਸੇ ਪਿਛਲੇ ਦਿਨੀ ਜਿਹੜੀ ਇੱਕ ਮੀਟਿੰਗ ਹੋਈ ਆ ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਸੰਯੁਕਤ ਸਮਾਜ ਮੋਰਚੇ ਨੂੰ ਐਂਟਰ ਨਹੀਂ ਕਰਨ ਦਿੱਤਾ। ਫਿਰ ਦੋਨਾਂ ਧਿਰਾਂ ਨੇ ਪੈਰਲਲ ਮੀਟਿੰਗ ਕੀਤੀ। ਪਰ ਜੋ ਮੈਨੂੰ ਅੰਦਰਲੀ ਗੱਲ ਜੋ ਮਹਿਸੂਸ ਹੁੰਦੀ ਹੈ ਜਾਂ ਸੁਣਨ ਨੂੰ ਮਿਲਦੀ ਹੈ ਇਹ ਕਿ ਸੰਯੁਕਤ ਕਿਸਾਨ ਮੋਰਚਾ ਜਿੰਨਾ ਚਿਰ ਸੰਯੁਕਤ ਸਮਾਜ ਮੋਰਚੇ ਨੂੰ ਸਸਪੈਂਡ ਰੱਖੇਗਾ ਉਨਾ ਚਿਰ ਜਿਹੜੀ ਆ ਉਹ ਮੀਟਿੰਗ ਵਿੱਚ ਜਿਹੜੀ ਸ਼ਮੂਲੀਅਤ ਹੈ ਉਹ ਨਹੀਂ ਕਰਨ ਦੇ ਜਾਊਗਾ। ਪਰ ਇੱਕ ਗੱਲ ਇੱਥੇ ਇਹ ਆ ਕਿ ਬਲਵੀਰ ਸਿੰਘ ਰਾਜੇਵਾਲ ਜਿਹੜੇ ਇਲੈਕਸ਼ਨ ਕਰਨ ਲਈ ਵਿੱਚ ਲੜਨ ਲਈ ਕਾਲੇ ਪੈ ਗਏ ਜਾਂ ਜਿਨ੍ਹਾਂ ਨੂੰ ਜਿਹੜੀ ਮੁੱਖ ਮੰਤਰੀ ਕੁਰਸੀ ਆ ਬਹੁਤ ਨੇੜੇ ਦਿਸਣ ਲੱਗੀ ਸੀ, ਉਹਨਾਂ ਨੇ ਇਲੈਕਸ਼ਨ ਲੜ ਕੇ ਜਿਹੜਾ ਆਪਣਾ ਵਕਾਰ ਆ ਜਿਹੜਾ ਆਪਣਾ ਪਹਿਲਾਂ ਰੈਪੂਟੇਸ਼ਨ ਸੀਗਾ ਉਹ ਖਰਾਬ ਕਰ ਲਿਆ। ਕਿਉਂਕਿ ਜਿੰਨੀਆਂ ਕੁ ਉਹਨਾਂ ਨੂੰ ਵੋਟਾਂ ਮਿਲੀਆਂ ਜੇ ਉਹਨਾਂ ਦਾ ਪਿੰਡ ਜਾਂ ਆਂਢ ਗੁਆਂਢ ਦੇ ਜਿਹੜੇ ਪਿੰਡ ਦੇ ਲੋਕ ਹੈਗੇ ਆ ਉਹ ਵੀ ਵੋਟਾਂ ਪਾਉਣ ਦੇ ਤਾਂ ਸ਼ਾਇਦ ਵੋਟਾਂ ਵੱਧ ਮਿਲਦੀਆਂ। ਅਤੇ ਪਤਾ ਇਹ ਵੀ ਲੱਗਾ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਉਹਨਾਂ ਦੇ ਆਪਣੇ ਪਿੰਡ ਵਿੱਚੋਂ ਬਹੁਤ ਘੱਟ ਵੋਟਾਂ ਮਿਲੀਆਂ। ਸੋ ਇੱਕ ਤਾਂ ਇਹ ਕਿ ਬਲਵੀਰ ਸਿੰਘ ਰਾਜੇਵਾਲ ਹੁਣੀ ਪਛੜ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ। ਦੂਜਾ ਇਹ ਕਿ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਸਾਥ ਨਹੀਂ ਦਿੱਤਾ। ਕੁਝ ਜਥੇਬੰਦੀਆਂ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਵੋਟ ਨਾ ਪਾਉਣੀ ਆ ਨਾ ਕਿਸੇ ਨੂੰ ਪਾਉਣ ਨੂੰ ਕਹਿਣਾ। ਸੋ ਇਹ ਸਾਰਾ ਕੁਝ ਜਿਹੜਾ ਆ ਸੰਯੁਕਤ ਸਮਾਜ ਮੋਰਚੇ ਦੇ ਉਲਟ ਭੁਗਤਦਾ ਰਿਹਾ, ਜਿਸ ਕਰਕੇ ਜਿਹੜਾ ਇਹ ਸਾਰਾ ਭਾਣਾ ਜਿਹੜਾ ਆ ਉਹ ਵਾਪਰ ਗਿਆ। ਹੁਣ ਇੱਕ ਨਵੀਂ ਜਿਹੜੀ ਚਰਚਾ ਕੱਲ੍ਹ ਦੀ ਛਿੜੀ ਹੋਈ ਆ ਇਹ ਕਿ ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਰਾਗੀ ਸਿੰਘ ਆ ਉਹਨਾਂ ਨੇ ਕੱਲ੍ਹ ਮੋਰਚਾ ਖੋਲ੍ਹਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਜਿਹਦੇ ਵਿੱਚ ਇਹ ਕਿਹਾ ਸੀ ਕਿ ਜੇ ਅਕਾਲੀ ਦਲ ਖਤਮ ਹੁੰਦਾ ਤਾਂ ਸਿੱਖਾਂ ਲਈ ਖਤਰਨਾਕ ਆ। ਵੈਸੇ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਜਿਹੜੀ ਚਾਰੇ ਪਾਸਿਓਂ ਆਲੋਚਨਾ ਸ਼ੁਰੂ ਹੋ ਗਈ ਸੀ। ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਰਵਉੱਚ ਅਹੁਦੇ 'ਤੇ ਬੈਠੇ ਆ ਉਹਨਾਂ ਨੂੰ ਅਜਿਹਾ ਬਿਆਨ ਨਹੀਂ ਸੀ ਦੇਣਾ ਚਾਹੀਦਾ। ਪਰ ਕੱਲ੍ਹ ਸ਼੍ਰੀ ਦਰਬਾਰ ਸਾਹਿਬ ਜਿੱਥੋਂ ਦੇ ਰਾਗੀ ਜਾਂ ਕੀਰਤਨੀ ਜਿਹੜੇ ਆ ਬੜਾ ਸਤਿਕਾਰਯੋਗ ਸਥਾਨ ਰੱਖਦੇ ਆ, ਜੇ ਉਹਨਾਂ ਨੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਿਰੁੱਧ ਝੰਡਾ ਚੱਕ ਲਿਆ ਤਾਂ ਇਹ ਵੈਸੇ ਜਿਹੜੀ ਆਪਾਂ ਗੱਲ ਕਹਾਂਗੇ ਇੱਕ ਬੜੀ ਬਦਕਿਸਮਤੀ ਦੀ ਗੱਲ ਆ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਜਿਹੜੀ ਪੱਤਰ ਲਿਖਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹਨਾਂ ਨੂੰ ਕਿਸੇ ਵੀ ਪਾਰਟੀ ਦੇ ਹੱਕ 'ਚ ਨਹੀਂ ਭੁਗਤਣਾ ਚਾਹੀਦਾ। ਸੋ ਪਿਛਲੇ ਦਿਨਾਂ ਤੋਂ ਜਿਹੜੀ ਗੱਲ ਚੱਲੀ ਆ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਥਾਪਿਆ ਜਾਂਦਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਉਹ ਲਿਫਾਫੇ 'ਚੋਂ ਨਿਕਲਦਾ, ਜਾਂ ਫਿਰ ਜਿਹੜੀਆਂ ਸਾਰੀਆਂ ਨਿਯੁਕਤੀਆਂ ਆ ਉਹ ਸ਼੍ਰੋਮਣੀ ਜਿਹੜੀ ਕਮੇਟੀ 'ਚ ਹੁੰਦੀਆਂ ਉਹ ਬਾਦਲਾਂ ਦੀ ਇੱਛਾ ਮੁਤਾਬਕ ਹੁੰਦੀਆਂ। ਸੋ ਹੁਣ ਜਿਹੜੀ ਇਸ ਗੱਲ ਤੋਂ ਇੱਕ ਜਿਹੜਾ ਪਰਦਾ ਉੱਠ ਖੜਿਆ ਕਿ ਚਾਹੇ ਕੀਰਤਨ ਸਿੰਘ ਜਿਹੜੇ ਹੈਗੇ ਆ ਰਾਗੀ ਆ ਉਹ ਨਿਯੁਕਤ ਹੁੰਦੇ ਆ ਬਾਇਆ ਬਾਦਲ ਜਾਂ ਬਾਦਲਾਂ ਰਾਹੀਂ ਬਾਇਆ ਸ਼੍ਰੋਮਣੀ ਕਮੇਟੀ, ਉਹਨਾਂ ਨੇ ਵੀ ਜਿਹੜਾ ਬਗਾਵਤ ਦਾ ਝੰਡਾ ਚੁੱਕ ਲਿਆ। ਪਰ ਇੱਥੇ ਮੈਂ ਗੱਲ ਇਹ ਕਹਿਦਾ ਕਿ ਪਿਛਲੇ ਸਮੇਂ ਦੌਰਾਨ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਸੁਸ਼ੋਭਿਤ ਹੁੰਦੇ ਰਹੇ ਆ ਉਹਨਾਂ ਦੇ ਪੱਖਪਾਤ ਕਰਕੇ ਹੀ ਜਿਹੜਾ ਆ ਕਈ ਵਾਰੀ ਜਿਹੜੀ ਢਾਹ ਲੱਗਦੀ ਰਹੀ ਆ ਅਕਾਲ ਤਖਤ ਸਾਹਿਬ ਨੂੰ। ਪਰ ਮੈਂ ਇੱਥੇ ਕਹਿਦਾ ਕਿ ਵੱਡੀ ਗਿਣਤੀ ਜਿਹੜੇ ਚਿੰਤਕ ਆ ਬੁੱਧੀਜੀਵੀ ਆ ਉਹਨਾਂ ਦਾ ਇਹ ਕਹਿਣਾ ਆ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸਰਵਉੱਚ ਸਾਡੀ ਸੰਸਥਾ ਆ ਉਹਦੇ ਮੋਹਰੇ ਆਪਣਾ ਸਿਰ ਝੁਕਾਉਂਦੇ ਆ, ਪਰ ਜਿਹੜੇ ਉਹ ਸੰਸਥਾ 'ਤੇ ਬੈਠੇ ਜਥੇਦਾਰ ਆ ਉਹਨਾਂ ਨੂੰ ਉਹ ਪੁਜਾਰੀ ਦੱਸਦੇ ਆ ਜਾਂ ਉਹ ਉਹਨਾਂ ਦੀ ਗੱਲ ਸੁਣਨ ਨੂੰ ਜਿਹੜੇ ਆ ਉਹ ਤਿਆਰ ਨਹੀਂ ਹੈਗੇ। ਪਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਇਹ ਪਹਿਲੀ ਵਾਰ ਵਿਵਾਦਾਂ ਵਿੱਚ ਨਹੀਂ ਘਿਰੇ ਹੈਗੇ, ਸਗੋਂ ਇਹ ਵਿਵਾਦ ਜਿਹੜੇ ਆ ਪਹਿਲਾਂ ਵੀ ਚੱਲਦੇ ਰਹੇ ਆ। ਪਰ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਚਾਹੇ ਆਪਾਂ ਕਹਿ ਲਈਏ ਖਾਸੀਅਤ ਕਹਿ ਲਈਏ ਜਾਂ ਉਹਨਾਂ ਦੀ ਇੱਕ ਪਾਲਿਸੀ ਨੀਤੀ ਕਹਿ ਲਈਏ ਕਿ ਜਦੋਂ ਉਹ ਕੋਈ ਬਿਆਨ ਦਿੰਦੇ ਆ ਉਹ ਬਿਆਨ ਆਲੋਚਨਾ ਦਾ ਹਿੱਸਾ ਬਣਦਾ ਜਾਂ ਉਹਦੀ ਵਿਰੋਧਤਾ ਸ਼ੁਰੂ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਉਹ ਚੁੱਪ ਕਰ ਜਾਂਦੇ ਆ। ਉਹਨਾਂ ਨੇ ਕਦੇ ਆਪਣਾ ਜਿਹੜਾ ਪੱਖ ਆ ਉਹ ਨਹੀਂ ਦੱਸਿਆ ਹੈਗਾ, ਜਾਂ ਇਹ ਕਹਿ ਲਈਏ ਕਿ ਉਹਨਾਂ ਨੇ ਦੁਬਾਰਾ ਕੁਝ ਹੋਰ ਕਹਿ ਕੇ ਆਪਣਾ ਵਿਰੋਧ ਜਿਹੜਾ ਆ ਉਹਨੂੰ ਵਧਾਉਣ ਦੀ ਥਾਂ ਇਹ ਚੱਲਦੇ ਆ ਕਿ ਲੋਕ ਜਿਹੜੇ ਆ ਉਸ ਤੋਂ ਬਾਅਦ ਇਹਨੂੰ ਜਿਹੜਾ ਆਪਣੇ ਚੇਤਿਆਂ 'ਚੋਂ ਮਨਫੀ ਕਰ ਲੈਣ। ਸੋ ਚਾਹੀਦਾ ਵੈਸੇ ਇਹ ਆ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਕਿ ਜਿਹੜੇ ਸਿੱਖ ਲਈ ਖਤਰਨਾਕ ਹੈ ਜੇ ਅਕਾਲੀ ਦਲ ਖਤਮ ਹੋ ਗਿਆ, ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਜਦੋਂ ਇਹਨਾਂ ਵਿਰੋਧ ਸ਼ੁਰੂ ਹੋਇਆ ਆਲੋਚਨਾ ਸ਼ੁਰੂ ਹੋਈ ਆ ਤਾਂ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਆ ਉਹ ਦੁਬਾਰਾ ਦੇਣਾ ਚਾਹੀਦਾ। ਵੈਸੇ ਇੱਕ ਚਰਚਾ ਵੀ ਪੱਤਰਕਾਰ ਭਾਈ ਵਿੱਚ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਦਿਨਾਂ ਤੋਂ ਜਿਹੜੇ ਪ੍ਰੈਸ ਕਾਨਫਰੰਸਾਂ ਕਰਨ ਤੋਂ ਟਾਲਾ ਵੱਟਣ ਲੱਗ ਗਏ ਜਾਂ ਜਿਹੜੇ ਪੱਤਰਕਾਰਾਂ ਨੂੰ ਮਿਲ ਕੇ ਆਪਣਾ ਵਰਸ਼ਨ ਦੇਣ ਤੋਂ ਪਾਸੇ ਹੋਣ ਲੱਗ ਗਏ। ਉਹ ਜੋ ਕੁਝ ਕਹਿਣਾ ਚਾਹੁੰਦੇ ਆ ਉਹ ਆਪਣੇ ਲੈਵਲ 'ਤੇ ਇੱਕ ਵੀਡੀਓ ਰਿਕਾਰਡਿੰਗ ਕਰਕੇ ਉਹ ਪੋਸਟ ਕਰਦੇ ਆ। ਸੋ ਉਹ ਜਿਹੜੀ ਵੀਡੀਓ ਰਾਹੀਂ ਲੋਕਾਂ ਤੱਕ ਸੁਨੇਹਾ ਪੁੱਜਦਾ ਉਹ ਵੀਡੀਓ ਬਹੁਤ ਵਾਰੀ ਜਿਹੜੀ ਆ ਲੋਕਾਂ ਦੇ ਆਲੋਚਨਾ ਬਣਦੀ ਆ। ਵੈਸੇ ਇਹਦੇ ਨਾਲ ਇੱਕ ਗੱਲ ਆਲੋਚਨਾ ਦੀ ਚੱਲੀ ਆ ਤਾਂ ਆਪਾਂ ਭਗਵੰਤ ਸਰਕਾਰ ਦੀ ਵੀ ਕਰ ਲਈਏ ਕਿ ਇੱਕ ਚਰਚਾ ਆ ਕਿ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਆਪਣੇ ਦਫ਼ਤਰ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਉਤਾਰ ਕੇ ਫੋਟੋ ਲਾਤੀ ਡਾਕਟਰ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀ। ਪਰ ਇਹਦਾ ਚਾਰੇ ਪਾਸਿਓਂ ਜਿਹੜਾ ਲਗਾਤਾਰ ਵਿਰੋਧ ਸ਼ੁਰੂ ਹੋ ਗਿਆ। ਕਿਹਾ ਜਾਂਦਾ ਕਿ ਚਾਹੀਦਾ ਸੀਗਾ ਕਿ ਜੇ 2 ਫੋਟੋਆਂ ਹੋਰ ਲਾਉਣੀਆਂ ਸੀਗੀਆਂ, ਸ਼ਹੀਦ ਆਜ਼ਮ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ, ਡਾਕਟਰ ਅੰਬੇਦਕਰ ਜਿਹੜੇ ਸੰਵਿਧਾਨ ਦੇ ਘਾੜੇ ਆ ਉਹਨਾਂ ਦੀ ਫੋਟੋ ਜ਼ਰੂਰ ਲਾਤੀ ਜਾਂਦੀ। ਪਰ
ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਜਿਹੜੀ ਆ ਨਹੀਂ ਸੀ ਉਤਾਰਨੀ ਚਾਹੀਦੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਜਿਹੜਾ ਮਹਾਰਾਜਾ ਆ ਉਹ ਦੁਨੀਆ ਤੇ ਕਦੇ ਕਦੇ ਪੈਦਾ ਹੁੰਦਾ। ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਜਿਹੜਾ ਆ ਸੈਂਟਰ ਸਰਕਾਰ ਵੀ ਮੰਨਦੀ ਰਹੀ ਆ ਤੇ ਜਿਹੜੇ ਵਿਦੇਸ਼ ਦੀਆਂ ਸਰਕਾਰਾਂ ਆ ਉਹ ਵੀ ਮੰਨਦੀਆਂ। ਮਹਾਰਾਜਾ ਰਣਜੀਤ ਸਿੰਘ ਦੀ ਘਾਲਣਾ ਬਾਰੇ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਜੋ ਦੇਣ ਆ ਉਹ ਦੇ ਬਾਰੇ ਸ਼ਾਇਦ ਮੈਨੂੰ ਇੰਝ ਲੱਗਦਾ ਕਿ ਲੋਕਾਂ ਤੱਕ ਉਨਾ ਸੁਨੇਹਾ ਨਹੀਂ ਪੁੱਜਿਆ ਜਿੱਡੀ ਵੱਡੀ ਉਹਨਾਂ ਦੀ ਜਿਹੜੀ ਆ ਸਾਨੂੰ ਦੇਣ ਆ। ਸੋ ਆਪਾਂ ਜਿਹੜਾ ਇਹ ਵਿਸ਼ਾ ਜਿੱਤੇ ਆਲਰੇਡੀ ਕਾਫੀ ਆਲੋਚਨਾ ਹੋ ਰਹੀ ਆ ਇਹਨੂੰ ਇੱਥੇ ਸਮੇਟਦੇ ਆ, ਪਰ ਫਿਰ ਵੀ ਸਾਡਾ ਇੱਕ ਜਿਹੜਾ ਸੁਨੇਹਾ ਆ ਜਾਂ ਸਾਡੀ ਜਿਹੜੀ ਇੱਛਾ ਆ ਜਾਂ ਜੋ ਅਸੀਂ ਚਾਹੁੰਦੇ ਆ ਕਿ ਸਰਕਾਰ ਉਹ ਫੈਸਲੇ ਲਵੇ ਜਿਨ੍ਹਾਂ ਨਾਲ ਆਲੋਚਨਾ ਘੱਟ ਤੇ ਪ੍ਰਸ਼ੰਸਾ ਵਧੇਰੇ ਹੋਵੇ, ਜਾਂ ਉਹ ਫੈਸਲੇ ਲਏ ਜਾਣ ਜਿਹੜੇ ਲੋਕ ਮਾਰੂ ਨਾ ਹੋਣ, ਸਗੋਂ ਲੋਕਾਂ ਦੇ ਹਿੱਤਾਂ ਵਿੱਚ ਹੋਣ, ਲੋਕ ਪੱਖੀ ਹੋਣ। ਸੋ ਜਿਹੜੀ ਅੱਜ ਦੀ ਖਾਸ ਚਰਚਾ ਇਹਦੇ ਵਿੱਚ ਇੰਨਾ ਹੀ ਕਾਫੀ। ਕੱਲ੍ਹ ਨੂੰ ਆਪਾਂ ਗੱਲ ਕਰਾਂਗੇ ਨਵੀਆਂ ਖਬਰਾਂ ਉੱਤੇ, ਨਵੇਂ ਵਿਸ਼ੇ ਛੇੜਾਂਗੇ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਣਵੈਤ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।